ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਸੀਂ ਤੁਹਾਡੇ ਸਾਹਮਣੇ ਜਲੰਧਰ ਸ਼ਹਿਰ ਦੀਆਂ ਕੁਝ ਖਾਸ ਤਸਵੀਰਾਂ ਲੈ ਕੇ ਸਾਹਮਣੇ ਆ ਰਹੇ ਸਾਂ ਕਿ ਜਲੰਧਰ ਦੇ ਵਿੱਚ ਇੱਕ ਬਹੁਤ ਵੱਡੀ ਠੱਗੀ ਦੇ ਸ਼ਿਕਾਰ ਜਲੰਧਰ ਵਾਸੀ ਹੋਏ ਨੇ। ਅੱਜ ਤੁਹਾਨੂੰ ਉਹਨਾਂ ਚਿਹਰਿਆਂ ਤੋਂ ਵੀ ਰੂਬਰੂ ਕਰਵਾਉਂਦੇ ਆ। ਸਾਡੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕ ਪੁਤਲਾ ਬਣਿਆ ਹੋਇਆ ਹੈਗਾ ਆ, ਜਿਹਦੇ ਵਿੱਚ 3 ਚਿਹਰੇ ਨਜ਼ਰ ਆ ਰਹੇ ਨੇ, ਜਿਨ੍ਹਾਂ ਨੂੰ ਅਸੀਂ ਆਪਣੇ ਕਵਰੇਜ ਦੇ ਵਿੱਚ ਜਲੰਧਰ ਦੇ ਵਿਜੇ ਮਾਲੀਆ ਦਾ ਨਾਮ ਦਿੱਤਾ ਸੀਗਾ। ਇਹ ਵਿਜੇ ਮਾਲੀਆ ਇੱਕ ਨਹੀਂ ਬਲਕਿ ਇਹ ਜਲੰਧਰ ਦੇ 3 ਵਿਜੇ ਮਾਲੀਆ ਹੈਗੇ ਨੇ। ਅਸੀਂ ਲਗਾਤਾਰ ਦੇਖ ਰਹੇ ਹਾਂ ਭਾਰਤ ਦੇ ਵਿੱਚ ਬਹੁਤ ਵੱਡੀ ਸਾਰੀ ਧੋਖੇਧੜੀ ਦੇ ਕੇਸ ਸਾਹਮਣੇ ਆ ਰਹੇ ਨੇ ਮਾਮਲੇ, ਚਾਹੇ ਅਸੀਂ ਗੱਲ ਕਰੀਏ ਵਿਜੇ ਮਾਲੀਆ ਦੀ, ਚਾਹੇ ਗੱਲ ਕਰੀਏ ਨੀਰਵ ਮੋਦੀ ਦੀ। ਔਰ ਇਹੋ ਜੀ ਇੱਕ ਤਸਵੀਰ ਹੁਣ ਜਲੰਧਰ ਸ਼ਹਿਰ ਤੋਂ ਵੀ ਸਾਹਮਣੇ ਆਈ ਹੈ, ਜਿੱਥੇ ਕਰੀਬ 300 ਕਰੋੜ ਰੁਪਏ ਦੀ ਠੱਗੀ ਕੀਤੀ ਗਈ ਆ। ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ, 300 ਕਰੋੜ ਰੁਪਏ ਦੀ ਠੱਗੀ ਜਿਹੜੀ ਆ ਉਹ ਕੀਤੀ ਗਈ ਹੈ, ਨਾ ਸਿਰਫ ਜਲੰਧਰ ਵਾਸੀਆਂ ਨਾਲ ਬਲਕਿ ਹੋਰ ਵੀ ਸ਼ਹਿਰਾਂ ਤੋਂ ਲੋਕ ਹੈਗੇ ਨੇ। ਔਰ ਇਸ ਪੂਰੇ ਮਾਮਲੇ ਦੇ ਉੱਪਰ ਇਹਨਾਂ 3 ਠੱਗਾਂ ਦਾ, ਜਿਨ੍ਹਾਂ ਨੂੰ ਨਾਮ ਦਿੱਤਾ ਗਿਆ ਦਾ ਠੱਗਸ ਦਾ ਚੋਰ, ਵਿਜ਼ ਪਾਵਰ ਨਾਮ ਦੀ ਕੰਪਨੀ ਨੂੰ ਇਹ ਜਿਹੜੇ ਨੇ ਹੈਗੇ ਨੇ ਚਲਾ ਰਹੇ ਸੀਗੇ ਔਰ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਇਸ ਵਿੱਚ ਫਸਾਇਆ ਜਾ ਰਿਹਾ ਸੀਗਾ। ਔਰ ਅੱਜ ਉਸ ਦੇ ਵਿਰੋਧ ਦੇ ਵਿੱਚ ਜਿਹੜਾ ਪ੍ਰਦਰਸ਼ਨ ਕਰਨ ਲਈ ਲੋਕ ਇੱਥੇ ਇਕੱਠੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਪਹਿਲਾਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਲੋਕਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਅੱਜ ਫਿਰ ਉਹ ਇਕੱਠੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਅੱਜ ਦਾ ਕੀ ਸਟੈਪ ਹੈਗਾ ਆ? ਅੱਜ ਜਿਵੇਂ ਤੁਸੀਂ ਸਾਰੇ ਇਕੱਠੇ ਹੋਏ ਹੋ, ਹਾਲਾਂਕਿ ਪਹਿਲਾਂ ਜਿੰਨੀ ਵਾਰੀ ਵੀ ਆਪਾਂ ਗੱਲਬਾਤ ਕੀਤੀ ਹੈ ਤਾਂ ਕੁਝ ਘੱਟ ਗਿਣਤੀ 'ਚ ਲੋਕ ਸੀ, ਅੱਜ ਬਹੁਤ ਜ਼ਿਆਦਾ ਗਿਣਤੀ ਵਿੱਚ ਲੋਕ ਇਕੱਠੇ ਹੋਏ ਨੇ। ਕੀ ਪੂਰਾ ਮਾਮਲਾ ਹੈ, ਕੀ ਕਰਨ ਜਾ ਰਹੇ ਹੋ ਅੱਜ? ਸਰ, ਇਹ ਜਿਹੜਾ ਰੋਸ਼ ਹੈ ਦਿਨੋਂ ਦਿਨ ਵੱਧਦਾ ਜਾਏਗਾ। ਅਸੀਂ 28 ਤਰੀਕ ਦੇ ਧਰਨੇ ਤੋਂ ਬਾਅਦ ਅੱਜ ਪੁਤਲਾ ਫੂਕ ਰਹੇ ਹਾਂ ਉਹਨਾਂ 3 MD ਦਾ, ਜਿਹੜੇ ਉਹ ਫੈਮਿਲੀ ਮੈਂਬਰ ਹੈਗੇ ਜਿਨ੍ਹਾਂ ਨੇ ਭੋਲੀ ਭਾਲੀ ਜਨਤਾ ਨੂੰ ਠੱਗਿਆ। ਅੱਜ ਸਾਡੀ ਇਹ 28 ਤਰੀਕ ਤੋਂ ਬਾਅਦ ਅਸੀਂ ਅਗਲੀ ਪਲਾਨਿੰਗ ਕਰ ਲਈ ਸੀ ਕਿ ਨੈਕਸਟ ਸਟੈਪ ਕੀ ਕਰਨਾ ਹੈਗਾ। ਇਹ ਅੱਜ ਅਸੀਂ ਉਹਨਾਂ ਦੇ ਰੋਸ਼ ਦੇ ਵਿੱਚ 100-150 ਬੰਦਾ ਹੋਰ ਆ ਰਿਹਾ। ਅਸੀਂ 12 ਵਜੇ ਅੱਜ ਇਹ ਪੁਤਲਾ PPR ਮਾਲ ਦੇ ਨੀਚੇ ਵਿਜ ਪਾਵਰ ਦੇ ਆਫਿਸ ਦੇ ਥੱਲੇ ਫੂਕ ਰਹੇ ਹਾਂ। ਔਰ ਜਿਹੜਾ ਕਿ ਕਰੋੜਾਂ ਰੁਪਏ ਦੀ ਠੱਗੀ ਦੇ ਅਨੁਸਾਰ ਪੁਲਿਸ ਪ੍ਰਸ਼ਾਸਨ ਹਜੇ ਜਾਗੀ ਨਹੀਂ ਹੈ, ਅਸੀਂ ਉਹਨਾਂ ਨੂੰ ਜਗਾਉਣਾ ਚਾਹੁੰਦੇ ਹਾਂ। ਅਸੀਂ ਮੀਡੀਆ ਦੇ ਮਾਧਿਅਮ ਜਗਾਉਣਾ ਚਾਹੁੰਦੇ ਹਾਂ। ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਥੈਂਕਸ। ਔਰ ਅਸੀਂ ਚਾਹੁੰਦੇ ਕਿ ਇਹ ਜਿਹੜੀ ਸਾਡੀ ਆਵਾਜ਼ ਹੈ ਬੁਲੰਦ ਕਰਕੇ ਕਮਿਸ਼ਨਰ ਸਾਹਿਬ, IG ਸਾਹਿਬ ਔਰ DC ਸਾਹਿਬ ਨੂੰ ਇੱਕ ਵਾਰੀ ਫੇਰ ਇਹ ਦੱਸੀ ਜਾਵੇ ਕਿ ਉਹ ਬੰਦੇ ਬੜੇ ਰੋਸ਼ ਦੇ ਵਿੱਚ ਹੈ। ਉਹਨਾਂ ਦੀ ਡਿਮਾਂਡ ਜਿਹੜੀ ਹੈ ਕਿ ਉਹ ਜਿਹੜੀ FIR ਲੌਜ ਕੀਤੀ ਗਈ ਹੈ, ਉਹ ਇੱਕੋ ਹੀ ਕੇਸ ਬਣਾ ਕੇ ਇਹਨਾਂ ਨੇ ਜਿਹੜਾ 7 ਕਰੋੜ ਰੁਪਈਆ ਕੀਤਾ 300 ਕਰੋੜ ਦੇ ਅਗੇਂਸਟ, ਉਹ ਦੁਬਾਰਾ ਇਨਵੈਸਟੀਗੇਟ ਕੀਤੀ ਜਾਵੇ। ਉਹ ਜਿਹੜੀ FIR ਅਲੱਗ-ਅਲੱਗ ਅਸੀਂ ਚਾਹੁੰਦੇ ਹਾਂ, ਸਾਡੀ ਮੰਗ ਹੈ। ਔਰ ਜਿਹੜੇ ਪੈਸੇ ਲੋਕ ਵਿਚਾਰੇ ਅੱਜ ਤੰਗ ਕਰ ਰਹੇ ਨੇ ਸਾਨੂੰ, ਜਿਨ੍ਹਾਂ ਨੇ ਲੱਖਾਂ ਰੁਪਏ 40-45 ਲੱਖ ਰੁਪਏ ਦੇਣਾ, ਅਗਲੇ ਵਿੱਚ ਵਿਆਜ ਤੇ ਫੜ ਕੇ ਲੋਕਾਂ ਨੂੰ ਵਾਪਸ ਕਰ ਰਹੇ ਨੇ, ਕਿਉਂਕਿ ਉਹਨਾਂ ਨੇ ਥੋੜ੍ਹੇ ਪੈਸੇ ਇਨਵੈਸਟ ਕੀਤੇ ਹੈ। ਇੱਕ ਡਿਸਟਰੀਬਿਊਟਰ ਦੀ 100 ਬੰਦਿਆਂ ਦੀ ਟੀਮ ਹੈ, ਅਪਰੋਕਸੀਮੇਟ 1 ਲੱਖ ਬੰਦਾ ਹੈਗਾ। ਔਰ ਉਹ ਸਾਰੇ ਬੰਦੇ ਤਾਂ ਨਹੀਂ ਇਕੱਠੇ ਹੋ ਸਕਦੇ, ਇਸ ਕਰਕੇ ਕਿ ਪੁਲਿਸ ਨੇ ਡਰਾਇਆ ਉਹਨਾਂ ਨੂੰ, ਕੇਸ ਦਰਜ ਕਰਨ ਤੋਂ ਮਨਾ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਤੁਹਾਡੀ 2 ਨੰਬਰ ਦੀ ਮਨੀ ਹੈ, ਤੁਸੀਂ ਪੈਸਾ ਕਿੱਥੋਂ ਲਿਆਂਦਾ, ਇਸ ਕਰਕੇ ਡਰਾ ਕੇ ਉਹਨਾਂ ਨੂੰ ਧਮਕਾਇਆ। ਇਸ ਕਰਕੇ ਉਹ ਲੋਕ ਨਹੀਂ ਆਏ। ਉਹਨਾਂ ਦੇ ਬਿਹਾਫ ਤੇ ਅਸੀਂ ਮੌਤਬਾਰ ਬੰਦੇ ਇਕੱਠੇ ਹੋਏ ਹਾਂ। ਸਰ, ਤੁਸੀਂ ਇੱਕ ਬਹੁਤ ਵੱਡੀ ਗੱਲ ਆਖ ਰਹੇ ਹੋ ਕਿ ਪੁਲਿਸ ਨੇ ਕੇਸ ਦਰਜ ਕਰਨ ਤੋਂ ਮਨਾ ਕਰ ਦਿੱਤਾ ਜਾਂ ਆਨਾਕਾਨੀ ਕਰਦੇ। ਇਸ ਸਮੇਂ ਕੋਈ ਇਹੋ ਜਿਹਾ ਬੰਦਾ ਮੌਜੂਦ ਹੈਗਾ ਜਿਨ੍ਹਾਂ ਨੇ ਕੇਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਪੁਲਿਸ ਨੇ ਉਹਨਾਂ ਦਾ ਕੇਸ ਦਰਜ ਨਹੀਂ ਕੀਤਾ ਹੈਗਾ? ਕੋਈ ਇਹੋ ਜਿਹਾ ਪ੍ਰੂਫ ਹੈਗਾ? ਕਿਉਂਕਿ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਜਦ ਅਸੀਂ ਆਪਣੀ ਕੰਪਲੇਂਟ, ਕਿਉਂਕਿ ਪੁਲਿਸ ਆਮ ਲੋਕਾਂ ਦੀ ਸੇਵਾ ਦੇ ਲਈ ਇਕੱਠੀ ਹੋਈ ਹੈਗਾ, ਔਰ ਜਦੋਂ ਸੇਵਾ ਦੇ ਲਈ ਨਹੀਂ ਕਰਦੀ ਹੈਗੀ ਆ, ਔਰ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈਗੀ ਆ। ਸੋ ਉਹਨਾਂ ਨਾਲ ਵੀ ਅਸੀਂ ਜ਼ਰੂਰ ਗੱਲ ਕਰਾਂਗੇ। ਇੱਕ ਚੀਜ਼ ਹੋਰ ਤੁਹਾਡੇ ਕੋਲ ਜਾਣਨਾ ਚਾਹਾਂਗਾ, ਇੰਨੀ ਵੱਡੀ ਇਨਵੈਸਟਮੈਂਟ ਜਿਹੜੀ ਆ ਕੀਤੀ ਗਈ ਆ, ਕੀ ਕਦੇ ਵੀ ਇਸ ਇਨਵੈਸਟਮੈਂਟ ਦੇ ਪਿੱਛੇ ਇਸ ਕੰਪਨੀ ਦੀ ਹਿਸਟਰੀ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜੀ ਤੁਹਾਡੇ ਵੱਲੋਂ? ਸਰ, ਹਿਸਟਰੀ ਇੱਦਾਂ ਹੈਗੀ ਕਿ MD ਸਾਹਿਬ ਜਦੋਂ ਵੀ ਮੀਟਿੰਗ ਹੁੰਦੀ ਸੀ, ਅਲੱਗ-ਅਲੱਗ ਗਰੁੱਪ ਬਣੇ ਹੁੰਦੇ ਸੀਗੇ, ਅਲੱਗ-ਅਲੱਗ ਮੈਨੀ ਗਰੁੱਪ ਬਣੇ ਹੋਏ ਸੀਗੇ। ਕੁਝ ਗਰੁੱਪਾਂ ਨੂੰ ਆਪਣੀ ਕਸਟਡੀ 'ਚ ਲੈ ਕੇ ਤੇ ਉਹਨਾਂ ਨੂੰ ਸਿਖਾ ਪੜ੍ਹਾ ਕੇ ਕਹਿ ਦਿੰਦੇ ਸੀ ਵੀ ਤੁਸੀਂ ਨੈਗੇਟਿਵ ਗੱਲ ਨਹੀਂ ਕਰਨੀ, ਪੋਜ਼ਿਟਿਵ ਗੱਲ ਨਹੀਂ, ਕੰਪਨੀ ਰਜਿਸਟਰਡ ਹੈ, ਹਰ ਚੀਜ਼ ਹੈ। ਫੇਥ ਤੇ ਕੰਪਨੀ ਚੱਲਦੀ ਸੀ ਔਰ ਫੇਥ ਬਣਾਉਣ ਵਾਸਤੇ ਉਹਨਾਂ ਨੇ ਜੈਂਟਸ ਦੇ ਨਾਲ ਉਹਨਾਂ ਦੀ ਫੈਮਿਲੀ ਨੂੰ ਵੀ ਘਰੋਂ ਕੱਢ ਕੇ ਇਨਵੋਲਵ ਕੀਤਾ ਵੀ ਤੁਸੀਂ ਵਰਕਿੰਗ ਲੇਡੀ ਹੋ, ਤੁਸੀਂ ਹਾਊਸ ਵਾਈਫ ਘਰ ਹੈਗੇ ਹੋ, ਤੁਹਾਡਾ ਸਟੇਟਸ ਹੈ। ਹੋਟਲਾਂ 'ਚ ਮੀਟਿੰਗ ਦਿਖਾ ਕੇ ਅੱਛੇ ਇਹਨਾਂ ਨੇ ਪਿਕਨਿਕ ਸਪੋਟ ਤੇ ਲਿਜਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਕੀਤਾ। ਅਸੀਂ ਜਦੋਂ ਵੀ ਪੁੱਛਦੇ ਸੀਗੇ ਲੀਗਲੀ ਡਾਕੂਮੈਂਟਸ ਦੀ ਗੱਲ ਆਉਂਦੀ ਸੀ ਤੇ ਉਹ 2-4 ਬੰਦੇ ਹੀ ਗੱਲ ਕਰਦੇ ਸੀ ਤੇ ਬਾਕੀ ਬੰਦੇ ਟੀਮ ਲੀਡਰ ਇਹ ਕਹਿੰਦੇ ਸੀ ਵੀ ਯਾਰ ਨੈਗੇਟਿਵ ਗੱਲ ਨਹੀਂ ਕਰਨੀ, ਟੀਮ ਨੈਗੇਟਿਵ ਹੋ ਜਾਂਦੀ ਹੈ। ਇੱਦਾਂ ਦਾ ਇਹਨਾਂ ਨੇ ਹਿਪਨੋਟਾਈਜ਼ ਕੀਤਾ ਹੋਇਆ ਸੀ, ਬੰਦੇ ਸੈੱਟ ਕੀਤੇ ਹੋਏ ਸੀ ਜਿਹੜੇ ਕਿ ਬੰਦੇ ਨਹੀਂ ਬੋਲਦੇ ਸੀਗੇ। ਔਰ ਸੱਚਾਈ ਕਦੇ ਵੀ ਝੁਠਲਾ ਨਹੀਂ ਸਕਦੇ, ਸੱਚਾਈ ਕੜਵੀ ਹੁੰਦੀ ਹੈ। ਜਦੋਂ ਇਹ ਸੱਚ ਦੀ ਆਵਾਜ਼ ਅਸੀਂ ਗੱਲ ਕਰਦੇ ਸੀ ਤੇ ਉਹ ਕਹਿੰਦੇ ਕਿ ਤੁਸੀਂ ਭਾਜੀ ਉੱਥੇ ਨਾ ਬੋਲਦੇ ਹੋ, 100 ਬੰਦਾ ਹੁੰਦਾ, ਤੁਸੀਂ ਕਹਿੰਦੇ ਜੀ ਇਹ ਲੀਗਲ ਪੇਪਰ ਮੰਗਦੇ। ਜਦ ਤੁਹਾਨੂੰ ਮੈਂ ਕਹਿਤਾ ਕਿ ਅਸੀਂ ਇਹ ਕੰਪਨੀ ਰਜਿਸਟਰਡ ਹੈ, ਤੁਹਾਡੇ ਪੈਸੇ ਸੇਫ ਹੈ, ਤੁਸੀਂ ਸੇਫ ਹੋ, ਤੇ ਤੁਸੀਂ ਵਾਰ-ਵਾਰ ਇਹ ਗੱਲ ਕਿਉਂ ਕਰਦੇ ਹੋ? ਤੇ ਬਾਕੀ ਰਹੀ ਗੱਲ ਥਾਣੇ ਦੀ, ਸਰ, ਇਸ ਮੀਟਿੰਗ ਤੋਂ ਬਾਅਦ, ਇਸ ਆਪਣਾ ਓਕੇਜ਼ਨ ਤੋਂ ਬਾਅਦ ਤੁਸੀਂ, ਮੇਰੀ ਰਿਕੁਐਸਟ ਹੈ ਸਾਰੇ ਮੀਡੀਆ ਕਰਮੀ ਨੂੰ
ਕਿ ਆਪਾਂ ਥੋੜੀ ਜਿਹੀ ਹਿੰਮਤ ਜਤਾਈਏ, ਥਾਣਾ 7 ਦੇ ਵਿੱਚ ਜਾ ਕੇ ਜਿਹੜੇ ਵੀ ਮੌਤਬਾਰ ਐਸਐਚਓ ਹੈ ਨਹੀਂ ਅਗਰ ਸੁਣਦੇ ਤੇ ਸੀਪੀ ਸਾਹਿਬ ਨੂੰ ਪੁੱਛਿਆ ਜਾਵੇ ਕਿ ਕੰਪਲੇਂਟ ਕਿਉਂ ਨਹੀਂ ਉਹਨਾਂ ਨੇ ਦਰਜ ਕੀਤੀ। ਉਹਨਾਂ ਨੇ ਇੱਕੋ ਇੱਕ ਮਾਸਟਰ ਕੰਪਲੇਂਟ ਬਣਾ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਦਰਜ ਕਰਤਾ। ਉਹ ਕਹਿੰਦੇ ਜਿਹੜੀ ਕੰਪਲੇਂਟ ਹੋਣੀ ਸੀ ਹੋ ਗਈ, ਹੁਣ ਇਸ ਤੋਂ ਬਾਅਦ ਕੰਪਲੇਂਟ ਨਹੀਂ ਲੌਜ ਹੋਣੀ। ਭਰੋਸੇ ਦੇ ਵਿੱਚ ਲੈ ਕੇ ਲੋਕਾਂ ਨੂੰ ਪਹਿਲਾਂ ਫਿਰ ਉਹਨਾਂ ਦਾ ਹੀ ਲੋਕਾਂ ਦਾ ਭਰੋਸਾ ਤੋੜਿਆ, ਭਰੋਸੇ ਦਾ ਬਿਜ਼ਨਸ ਸ਼ੁਰੂ ਕੀਤਾ, ਪਰ ਭਰੋਸਾ ਜਿਹੜਾ ਆ ਉਸ ਨੂੰ ਚੂਰ-ਚੂਰ ਕਰਕੇ ਰੱਖ ਦਿੱਤਾ। ਕੁਝ ਹੋਰ ਲੋਕ ਸਾਡੇ ਨਾਲ ਹੈਗੇ ਨੇ। ਭਾਜੀ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ, ਇੰਨਾ ਜ਼ਿਆਦਾ ਪ੍ਰੋਸੈਸ, ਇੰਨੀ ਜ਼ਿਆਦਾ ਮਨੀ ਜਿਹੜੀ ਆ ਉਹਨਾਂ ਨੇ ਧੋਖਾ ਕੀਤਾ ਆ। ਪਹਿਲਾਂ ਵੀ ਕਈ ਧੋਖੇ ਹੋਏ ਆ, ਇਹ ਪਹਿਲੀ ਵਾਰ ਤਾਂ ਅਸੀਂ ਨਹੀਂ ਨਜ਼ਰ ਆ ਰਿਹਾ ਹੈਗਾ ਜਲੰਧਰ ਵਿੱਚ। ਹਾਲਾਂਕਿ ਹੋ ਸਕਦਾ ਪਹਿਲਾਂ ਇੰਨੇ ਵੱਡੇ ਕੇਸ ਹੋਏ ਆ, ਉੱਥੇ ਫੜ ਵੀ ਨਹੀਂ ਸਕੀ ਪੁਲਿਸ। ਇੱਥੇ ਤਾਂ ਫਿਰ ਪੁਲਿਸ ਨੇ ਫੜ ਲਿਆ, ਫਿਰ ਵੀ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ? ਕਿੱਥੇ ਕਮੀ ਨਜ਼ਰ ਆ ਰਹੀ ਹੈ? ਸਰ ਇਹ ਕਾਰਵਾਈ ਹੈ ਪੁਲਿਸ ਪ੍ਰਸ਼ਾਸਨ ਦੀ ਮਿਲੀ ਭਗਤ ਆ ਸਰ। ਪੁਲਿਸ ਨੂੰ ਸਰ ਸਾਡੇ ਵੱਲੋਂ ਅਗਰ ਕਦੀ ਫੋਨ ਕੀਤਾ ਗਿਆ ਵਾ, ਉਹਨਾਂ ਨੂੰ ਕੋਈ ਇਨਫੋਰਮੇਸ਼ਨ ਦਿੱਤੀ ਗਈ ਆ ਤੇ ਉਹ ਸਾਨੂੰ ਉਲਟ ਕਹਿ ਰਹੀ ਆ ਤੁਸੀਂ ਉੱਥੋਂ ਐਲਸੀਡੀਆਂ ਵਗੈਰਾ ਚੁੱਕ ਲਿਆਏ ਆ, ਜਾਂ ਤੁਸੀਂ ਮੈਂ ਕਿਹਾ ਜੀ ਜਾਂ ਤੁਹਾਡੀ ਇੰਟੈਂਸ਼ਨਸ ਨਾਲ ਸੀਗੀਆਂ। ਤੇ ਜੇ ਉਹਨਾਂ ਨੂੰ ਕੁਝ ਕਹਿੰਦੇ ਆ ਤਾਂ ਸਰ ਉਹ ਉਲਟ ਸਾਨੂੰ ਧਮਕਾਉਂਦੇ ਆ ਸਰ। ਦੇਖੋ ਇਹਨਾਂ ਦੇ ਦਫ਼ਤਰ, ਤੁਸੀਂ ਬਿਲਕੁਲ ਦਫ਼ਤਰ ਦੇ ਬਾਹਰ ਹੈਗੇ ਹੋ, ਉੱਥੇ ਪੁਤਲਾ ਫੂਕਿਆ ਜਾ ਰਿਹਾ ਕਿ ਦਫ਼ਤਰ ਜਿੱਦਾਂ ਉਹ ਕਹਿ ਰਹੇ ਕਿ ਤੁਸੀਂ ਐਲਸੀਡੀਆਂ ਚੁੱਕ ਲਿਆ ਕੁਝ, ਕਿ ਪੁਲਿਸ ਨੇ ਉਹਨੂੰ ਆਫਿਸ ਨੂੰ ਸੀਲ ਨਹੀਂ, ਕਿਉਂਕਿ ਐਡਾ ਵੱਡਾ ਮਾਮਲਾ ਹੋ ਗਿਆ। ਉਸ ਤੋਂ ਬਾਅਦ ਆਫਕੋਰਸ ਹੁੰਦਾ ਹੈ ਕਿ ਪੁਲਿਸ ਦਫ਼ਤਰ ਨੂੰ ਸੀਲ ਕਰ ਦਿੰਦੀ ਹੈ ਜਾਂ ਬੰਦ ਕਰ ਦਿੰਦੀ ਹੈ, ਤੇ ਇਹੋ ਜਿਹਾ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਕਿਸ ਬਿਹਾਫ ਦੇ ਉੱਪਰ ਪੁਲਿਸ ਜਿਹੜੀ ਹੈ ਇਲਜ਼ਾਮ ਤੁਹਾਡੇ ਉੱਤੇ ਲਗਾ ਰਹੀ ਹੈ? ਸਰ ਇਸ ਗੱਲ ਆਪਾਂ ਹਵਾ 'ਚ ਨਹੀਂ ਕਰ ਰਹੇ, ਸਾਡੇ ਕੋਲ ਇਸ ਚੀਜ਼ ਦਾ ਸਬੂਤ ਇਹ ਹੈਗਾ। ਇਨਫੈਕਟ ਮੇਰੇ ਕੋਲ ਰਿਕਾਰਡਿੰਗ ਹੈ ਇਸ ਚੀਜ਼ ਦੀ ਕਿ ਐਸਐਚਓ ਕਮਲਜੀਤ ਵੱਲੋਂ ਮੈਨੂੰ ਧਮਕੀ ਦਿੱਤੀ ਗਈ ਸੀ। ਤੇ ਬਕਾਇਦਾ ਸਰ ਇਹਨਾਂ ਦਾ ਇੰਨਾ ਵੱਡਾ ਫਰਾਡ ਹੋਇਆ, 300 ਕਰੋੜ ਦਾ ਫਰਾਡ ਆ, ਇਹਨਾਂ ਦਾ ਆਫਿਸ ਸੀਲ ਨਹੀਂ ਕੀਤਾ ਗਿਆ ਸਰ। ਤੇ ਸਮਾਨ ਦੀ ਗੱਲ ਕਰੀਏ, ਸਮਾਨ ਪੁਲਿਸ ਪ੍ਰਸ਼ਾਸਨ ਆ ਜਿਹੜੀ ਚੱਕ ਕੇ ਲੈ ਗਈ ਆ, ਪਰ ਉਹਨਾਂ ਨੇ ਚਲਾਨ ਦੇ ਵਿੱਚ ਪੇਸ਼ ਨਹੀਂ ਕੀਤਾ। ਤੇ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਕਿ ਜਿਨ੍ਹਾਂ ਨੇ ਕੰਪਲੇਂਟ ਦਿੱਤੀ, ਇਹਨਾਂ ਨੇ ਕੰਪਲੇਂਟ ਦਰਜ ਨਹੀਂ ਕੀਤੀ, ਤੇ ਉਹ ਮੈਂ ਬੰਦਾ ਹੈਗਾ ਆ, ਮੈਂ ਕੰਪਲੇਂਟ ਦਿੱਤੀ ਸੀ 7 ਨੰਬਰ ਥਾਣੇ ਦੇ ਵਿੱਚ। ਇਹਨਾਂ ਨੇ ਕੀ ਕੀਤਾ ਜੀ, ਮੈਂ ਕੰਪਲੇਂਟਡ ਹੈਗਾ ਆ, ਇਹਨਾਂ ਨੇ ਮੈਨੂੰ ਦੋਸ਼ੀ ਬਣਾਤਾ ਆ। ਮੈਂ ਉੱਥੇ ਐਸਆਈ ਹੈਗੇ ਪਵਿੱਤਰ ਸਿੰਘ ਜੀ, ਮੈਂ ਉਹਨਾਂ ਨੂੰ ਕਾਲ ਕੀਤੀ ਜੀ, ਉਹਨਾਂ ਨੂੰ ਮੈਂ ਕਿਹਾ ਕਿ ਮੈਂ ਵਿਕਟਮ ਹੈਗਾ ਆ, ਮੈਂ ਤੁਹਾਨੂੰ ਕੰਪਲੇਂਟ ਦੇ ਕੇ ਆਇਆ। ਉਹਨਾਂ ਨੇ ਮੇਰੇ ਕੋਲ ਵੀ ਰਿਕਾਰਡਿੰਗ ਹੈਗੀ, ਉਹਨਾਂ ਨੇ ਮੈਨੂੰ ਫੋਨ ਤੇ ਕਹਿ ਰਿਹਾ ਕਿ ਤੁਸੀਂ ਦੋਸ਼ੀ ਹੈਗੇ ਹੋ, ਤੁਸੀਂ ਸਮਾਨ ਚੱਕਿਆ, ਫਲਾਣਾ ਕੀਤਾ, ਢਿਮਕਣਾ ਕੀਤਾ। ਬਲਕਿ ਸਾਫ਼ ਪਤਾ ਚੱਲ ਰਿਹਾ ਸਰ ਕਿ ਪੁਲਿਸ ਨਾਲ ਮਿਲੀ ਹੋਈ ਆ। ਵਿਕਟਮ ਕੋਈ ਕਾਲ ਕਰਦਾ, ਥਾਣੇ ਜਾਂਦਾ, ਉਹਨਾਂ ਨੂੰ ਡਰਾਉਂਦੇ ਆ, ਧਮਕਾਉਂਦੇ ਆ। ਇਸ ਕਰਕੇ ਹੀ ਸਾਰੇ ਵਿਕਟਮਸ ਮਤਲਬ ਕਿ ਇਕੱਠੇ ਨਹੀਂ ਹੋ ਪਾਉਂਦੇ, ਡਰ ਦੀ ਬਜਾਏ ਕੰਪਲੇਂਟ ਨਹੀਂ ਕਰ ਪਾਉਂਦੇ। ਇੱਥੇ ਕੁਝ ਮਹਿਲਾਵਾਂ ਵੀ ਸਾਡੇ ਨਾਲ ਮੌਜੂਦ ਹੈਗੀ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਨੂੰ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿਵੇਂ ਇਸ ਇੰਨੇ ਵੱਡੇ ਝਾਂਸੇ ਦੇ ਵਿੱਚ ਫਸ ਗਏ ਹੈਗੇ ਹੋ, ਕਿਉਂਕਿ ਮਹਿਲਾਵਾਂ ਤਾਂ ਹਮੇਸ਼ਾ ਹੀ ਹਰ ਚੀਜ਼ ਨੂੰ ਬੜੇ ਸੋਚ ਸਮਝ ਕੇ, ਬੜੇ ਤਰੀਕੇ ਨਾਲ, ਕਿਉਂਕਿ ਘਰ ਦਾ ਸਾਰਾ ਭਾਰ ਜਿਹੜਾ ਮਹਿਲਾਵਾਂ ਦੇ ਉੱਪਰ ਹੁੰਦਾ, ਫਿਰ ਕਿਵੇਂ ਇਸ ਚੀਜ਼ ਦੇ ਵਿੱਚ ਫਸ ਗਏ? ਸਰ ਐਕਚੁਅਲੀ ਮੈਂ ਸਿੰਪਲ ਹਾਊਸਵਾਈਫ ਸੀਗੀ, ਘਰ 'ਚ ਬਸ ਆਪਣੇ ਕੰਮ ਕਰਕੇ ਅਸੀਂ, ਬਟ ਇਹਨਾਂ ਨੇ ਇਦਾਂ ਝਾਂਸਾ ਦਿੱਤਾ। ਪਹਿਲਾਂ ਇਹਨਾਂ ਨੇ ਵੈਬਸਾਈਟ ਵਗੈਰਾ ਦਾ ਕੰਮ ਕਰਦੇ ਸੀਗੇ, ਆਨਲਾਈਨ ਸ਼ਾਪਿੰਗ ਦਾ ਝਾਂਸਾ ਦਿੱਤਾ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਫਸਟ ਡੇ ਤੋਂ ਇਸ ਕੰਪਨੀ ਦੇ ਨਾਲ ਜੁਆਇਨ ਆ, ਬਟ ਇਹਨਾਂ ਦੀ ਇੰਨੀ ਨੈਗਲੈਕਟੀ ਸੀ ਨਾ, ਇਹ ਜੋ ਬੰਦਾ ਪਰਸਨ ਭੱਜ ਕੇ ਕੰਮ ਕਰਦਾ ਸੀ ਨਾ, ਉਹਨਾਂ ਦੀ ਸਪੋਰਟ ਕਰਦੇ ਸੀਗੇ। ਬਟ ਇਹਨਾਂ ਨੇ 2017 ਵਿੱਚ ਗੋਲਡ ਕਿੱਟੀ ਦਾ ਕੰਮ ਸਟਾਰਟ ਕੀਤਾ ਅਗਸਤ 'ਚ। ਉਸ ਤੋਂ ਬਾਅਦ ਇਹਨਾਂ ਨੇ 2000-3000 ਦੀ ਕਿੱਟੀਆਂ ਲਾਉਣੀ ਸ਼ੁਰੂ ਕਰਤੀਆਂ। 11 ਮਹੀਨੇ ਕਿੱਟੀ ਦੇਣੀ ਹੁੰਦੀ ਸੀ, ਤੇ 12ਵੇਂ ਮਹੀਨੇ ਇਹ ਕਹਿੰਦੇ ਸੀ ਕਿ ਅਸੀਂ ਆਪਣੀ ਤਰਫੋਂ ਤੁਹਾਨੂੰ ਪਾ ਕੇ 22 ਦੇ 24 ਤੇ 33 ਦੇ 36 ਦੇਵਾਂਗੇ। ਬਟ ਇਹਨਾਂ ਨੇ ਥੋੜੇ ਦਿਨ ਦਿੱਤੇ ਵੀ, ਅਸੀਂ ਇਹ ਨਹੀਂ ਕਹਿ ਨਹੀਂ ਸਕਦੇ ਕਿ ਇਹਨਾਂ ਨਹੀਂ ਦਿੱਤੇ। ਥੋੜਾ ਭਰੋਸਾ ਜਿੱਤਣ ਦੇ ਲਈ ਜ਼ਰੂਰ ਜਮਾ ਲਿਆ ਨਾ ਇਹਨਾਂ ਨੇ, ਬਿਲਕੁਲ ਜਿਵੇਂ ਸਾਡੀ ਅਸੀਂ, ਤੁਸੀਂ ਮੰਨੋਗੇ ਭਾਜੀ ਅਸੀਂ ਇਹਨਾਂ ਬਾਰੇ ਕੁਝ ਸੁਣ ਹੀ ਨਹੀਂ ਸਕਦੇ ਸੀ। ਲੋਕਾਂ ਨੇ ਮੇਰੇ ਤੇ ਐਗਰੀਮੈਂਟ ਤੇ ਸਾਈਨ ਵੀ ਕਰਵਾਏ ਹੋਏ ਆ, ਕੰਪਨੀ ਭੱਜ ਜਾਣੀ ਹੈ, ਬਟ ਅਸੀਂ ਬਿਲੀਵ ਹੀ ਨਹੀਂ ਕਰ ਪਾਉਂਦੇ ਸੀ। ਅਸੀਂ ਭਰਾ ਜੀ ਸਾਡਾ ਭਗਵਾਨ ਹੈ, ਨਹੀਂ ਜੀ ਸਾਨੂੰ ਇਹ ਵੀ ਨਹੀਂ ਕਿ ਸਾਨੂੰ ਕੁਝ ਵੱਖਰਾ ਮਿਲਦਾ ਸੀ। ਉਹੀ 100 ਰੁਪਏ ਕਮਿਸ਼ਨਰ ਜੋ ਸਾਰਿਆਂ ਨੂੰ ਦਿੰਦਾ ਸੀਗਾ ਉਹੀ, ਬਟ ਅਸੀਂ ਨੂੰ ਰੱਬ ਬਣਾਇਆ ਹੋਇਆ ਸੀ ਐਵੇਂ। ਬਟ ਇਹ ਰੱਬ ਨਹੀਂ ਛਿੱਤਰਾਂ ਦੇ ਕਾਬਿਲ ਹੈਗਾ। ਇਹਨੇ ਲਾਸਟ ਟਾਈਮ ਤੱਕ ਨਾ, ਤੁਸੀਂ ਮੰਨੋਗੇ ਨਹੀਂ, ਇਹਨੇ ਇੰਨਾ ਪਰੇਸ਼ਾਨ ਕੀਤਾ ਨਾ। ਮੇਰੀ ਬੇਟੀ ਨੂੰ ਅਬਰੋਡ ਭੇਜਣਾ ਸੀ ਲਾਸਟ ਈਅਰ, ਮੈਂ ਇਹਨੂੰ ਕਿਹਾ ਮੇਰੀ ਕਿੱਟੀਆਂ 20 ਪੂਰੀਆਂ ਹੋ ਗਈਆਂ, ਮੇਰੀ ਪਰਸਨਲ ਕਿੱਟੀਆਂ ਸੀਗੀਆਂ। ਮੈਂ ਕਿਹਾ ਭਾਜੀ ਤੁਸੀਂ ਮੈਨੂੰ 5.5 ਲੱਖ ਰੁਪਏ ਦੇ ਦਿਓ, ਬਾਕੀ ਮੈਂ ਜਿੱਦਾਂ ਮਰਜ਼ੀ ਅਰੇਂਜ ਕਰ ਲਾਂਗੀ। ਇੰਨੀਆਂ ਅੱਡੀਆਂ ਕਸਵਾਈਆਂ ਨਾ ਸਾਡੀਆਂ, ਮੈਂ ਕੱਲ ਤੁਹਾਨੂੰ ਦੇ ਦੇਵਾਂਗਾ, ਪਰਸੋਂ ਦੇ ਦੇਵਾਂਗਾ। ਇਹ ਕਗਾਰ ਆ ਗਈ ਕਿ ਆਖਿਰਕਾਰ ਪੁਲਿਸ ਕੰਪਲੇਂਟ ਕਰਨੀ ਪਈ, ਇਹ ਭੱਜ ਗਿਆ, ਫਿਰ ਇਹ ਸਰੈਂਡਰ ਹੋ ਗਿਆ। ਇਸ ਤੋਂ ਹੁਣ ਬਾਕੀ ਤੁਸੀਂ ਦੇਖ ਹੀ ਰਹੇ ਹੋ ਇਹਨੇ ਕਿੱਦਾਂ ਦਾ ਹਾਲ ਕਰਤਾ ਸਾਰਿਆਂ ਲੋਕਾਂ ਦਾ।
ਛੋਟੀਆਂ ਗੱਲਾਂ ਦੇ ਵਿੱਚ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ, ਫਿਰ ਭਰੋਸਾ ਵੀ ਤੋੜਿਆ। ਉਹਨਾਂ ਲੋਕਾਂ ਨੂੰ ਨੋ ਡਾਊਟ ਉਹਨਾਂ ਲੋਕਾਂ ਦੇ ਪੂਰੀ ਸਪੋਰਟ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਹਾਂ ਅਸੀਂ ਤੁਹਾਡੇ ਨਾਲ ਆ ਹਮੇਸ਼ਾ, ਪਰ ਭਰੋਸਾ ਜਿੱਤ ਕੇ ਫਿਰ ਭਰੋਸੇ ਨੂੰ ਤੋੜ ਕੇ ਅੱਜ ਇੰਨੀ ਵੱਡੀ ਠੱਗੀ ਕਰਕੇ ਇਹੋ ਜਿਹੇ ਲੋਕ ਜਿਹੜੇ ਨੇ ਉਹ ਇੱਥੋਂ ਫਰਾਰ ਹੋ ਚੁੱਕੇ ਨੇ। ਹਾਲਾਂਕਿ ਪੁਲਿਸ ਕਸਟਡੀ ਦੇ ਵਿੱਚ ਹੈਗੇ ਨੇ, ਜੇਲ੍ਹ ਦੇ ਵਿੱਚ ਬੰਦ ਹੈਗੇ ਨੇ, ਪਰ ਫਿਰ ਵੀ ਹਾਲੇ ਵੀ ਇਹਨਾਂ ਲੋਕਾਂ ਨੂੰ ਜਿਹੜਾ ਇਨਸਾਫ ਨਹੀਂ ਮਿਲਦਾ ਨਜ਼ਰ ਆ ਰਿਹਾ, ਜਿਸ ਕਾਰਨ ਅੱਜ ਇਹ ਰੋਸ ਜਿਹੜਾ ਆ ਉਹ ਵਿਅਕਤ ਕੀਤਾ ਜਾ ਰਿਹਾ, ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਪੁਤਲਾ ਫੂਕ ਪ੍ਰਦਰਸ਼ਨ ਜਿਹੜਾ ਆ ਉਹ ਅੱਜ ਕੀਤਾ ਜਾ ਰਿਹਾ ਹੈਗਾ ਆ। ਟਰੂ ਸਕੂਪ ਪੰਜਾਬੀ ਦੇ ਮਾਧਿਅਮ ਰਾਹੀਂ ਅਸੀਂ ਲਗਾਤਾਰ ਇਸ ਜਿਹੜੀ ਠੱਗ ਹੈਗੇ ਨੇ, ਠੱਗਸ ਆਫ ਜਲੰਧਰ, ਜਿਨ੍ਹਾਂ ਨੂੰ ਅਸੀਂ ਪੰਜਾਬ ਦੇ ਜਲੰਧਰ ਦੇ ਵਿਜੇ ਮਾਲੀਆ ਦੇ ਦਾ ਨਾਮ ਅਸੀਂ ਦਿੱਤਾ ਸੀਗਾ ਕਿ ਇਹਨਾਂ ਨੇ ਐਡੀ ਵੱਡੀ ਠੱਗੀ ਕੀਤੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਨਾਲ ਜੁੜੇ ਕੀ ਹੋਰ ਕਦਮ ਸਾਹਮਣੇ ਆਉਣਗੇ ਉਹਦਾ ਤੋਂ ਵੀ ਤੁਹਾਨੂੰ ਰੂਬਰੂ ਕਰਵਾਵਾਂਗੇ, ਔਰ ਅੱਜ ਜਿਹੜਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਦੇ ਨਾਲ ਵੀ ਉਹ ਵੀ ਤੁਹਾਨੂੰ ਦਿਖਾਵਾਂਗੇ। ਔਰ ਉਮੀਦ ਕਰਦੇ ਹਾਂ ਕਿ ਪੁਲਿਸ ਇਸ ਪ੍ਰਦਰਸ਼ਨ ਤੋਂ ਮਗਰੋਂ ਪੁਲਿਸ ਜਿਹੜੀ ਆ, ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਜਾਗੇਗਾ ਔਰ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਇਨਸਾਫ ਮਿਲੇਗਾ। ਆਪਣੇ ਸਹਿਯੋਗੀ ਦੇ ਨਾਲ ਜਗਜੀਤ ਸਿੰਘ, ਟਰੂ ਸਕੂਪ ਪੰਜਾਬੀ, ਜਲੰਧਰ।